ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਬਹੁਤ ਸ਼ੁਭ ਦਿਨ ਹੈ। ਬੜੀ ਗੁਰੂ ਦੀ ਕਿਰਪਾ ਹੈ। ਪਰਮਾਤਮਾ ਦੇ ਪਿਆਰੇ ਰੂਹਾਂ ਆਪਣੇ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਲੋੜਦੀਆਂ, ਔਰ ਜੋ ਬੰਦੇ ਆਪਣਾ ਨਾਮ ਸਿਮਰਨ ਕਰਦੇ ਹੈ, ਸੰਤਾਂ ਦੀ ਸੰਗਤ ਕਰਦੇ ਹੈ, ਸਾਧੂਆਂ ਦਾ ਸੰਗ ਕਰਦੇ ਹੈ, ਉਹਨਾਂ ਨੂੰ ਬੜੇ ਸੁਖਾਲੇ ਤਰੀਕੇ ਨਾਲ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਸੰਗਤ ਜੀ, ਇੱਕ ਕਬੀਰ ਸਾਹਿਬ ਦਾ ਬਚਨ ਹੈ। ਕਬੀਰ ਏਕ ਘੜੀ ਆਦਿ ਘੜੀ, ਆਦि हो फुनियाद, भगतन सेते गोष्ठे जो कीनो सो लाभ। साध संगत जी, कबीर साहिब इस शब्द दे विच ये विचार करते हैं कि एक घड़ी आदि घड़ी 8 पहर का दिन ਹੁੰਦਾ ਹੈ, 4 पहर का ਅੱਧਾ दिन और 1 पहर 8 भाग ਕੀਤੇ ਜਾਣ ਤਾਂ 8 ਤੀਆ 24 ਘੰਟਿਆਂ ਚੋਂ 3 ਘੰਟੇ 3 ਘੰਟਿਆਂ ਦਾ ਜੇ ਹਿਸਾਬ ਲਾਈਏ तो एक घड़ी जिहड़ी है 24 मिनट दी बनती है। कबीर साहब कहते एक घड़ी नहीं, आधी घड़ी 12 मिनट, आधी नहीं आधी हुफन आध 6 मिनट, भगतन सेती गोष्ठे जो कीनो सो लाभ। साध संगत जी, इत्थे कबीर भगत साहिब जी एक ਗਿਆਨ ਭਰਪੂਰ ਗੱਲ ਇਸ ਦੋਹੇ ਦੇ ਵਿੱਚ ਕਹਿ ਰਹੇ ਹੈ ਕਿ ਜੋ ਭਗਤਾਂ ਦੇ ਨਾਲ, ਭਾਵ ਭਗਤ ਕੌਣ, ਜੋ ਪਰਮ ਪਿਤਾ ਪਰਮਾਤਮਾ ਨਾਲ ਜੋਗ ਕਰ ਚੁੱਕੇ ਹੈ, ਜੋ ਪਰਮ ਪਿਤਾ ਪਰਮਾਤਮਾ ਦੀ ਭਗਤੀ ਚੁੱਕੇ ਹੈ, ਜੋ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਚੁੱਕੇ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਜੋ ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਗੁਰਮੁਖ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਖਾਲਸਾ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਪੂਰਨ ਗੁਰਸਿੱਖ ਕਿਹਾ ਜਾਂਦਾ ਹੈ, ਉਹ ਗੁਰਮੁਖ ਪਿਆਰਿਆਂ ਦੀ ਸੰਗਤ ਦੇ ਵਿੱਚ ਜਦੋਂ ਕੋਈ ਰੂਹ ਬੈਠ ਕੇ, ਜਗਿਆਸੂ ਰੂਹ ਜੋ ਪਰਮਾਤਮਾ ਦੇ ਰਸਤੇ 'ਤੇ ਚੱਲੀ ਹੈ, ਉਹ ਜਦੋਂ ਉਹਨਾਂ ਦੀ ਸੰਗਤ ਦੇ ਵਿੱਚ ਬੈਠੇਗੀ ਤਾਂ ਕਬੀਰ ਸਾਹਿਬ ਕਹਿੰਦੇ ਹੈ ਕਿ ਇੱਕ ਘੜੀ ਦੀ ਲੋੜ ਨਹੀਂ, ਅੱਧੀ ਘੜੀ ਦੀ ਲੋੜ ਨਹੀਂ, ਕਿ ਆਦਿ ਹੋਫਨ ਆਦਿ ਵੀ ਜੇ ਉਹਨਾਂ ਮਹਾਂਪੁਰਸ਼ਾਂ ਨਾਲ, ਉਹ ਸੰਤ ਭਗਤ ਪੁਰਸ਼ਾਂ ਨਾਲ ਜੇ ਅਸੀਂ ਗੋਸ਼ਟ ਕਰ ਲਈਏ, ਗੋਸ਼ਟ ਦਾ ਮਤਲਬ ਵਿਚਾਰ ਵਟਾਂਦਰਾ, ਪਰਮਾਤਮਾ ਕਿਵੇਂ ਮਿਲਦਾ ਹੈ, ਕਿਵੇਂ ਮਿਲ ਸਕਦਾ ਹੈ, ਕੀ ਕਰਮ ਕਰੀਏ, ਕੀ ਵਿਚਾਰ ਰੱਖੀਏ, ਕੀ ਸਰਵਣ ਕਰੀਏ, ਕੀ ਸਿਮਰਨ ਕਰੀਏ, ਕਿਸ ਤਰ੍ਹਾਂ ਨਾਲ ਨਾਮ ਜਪੀਏ, ਕਿਸ ਤਰ੍ਹਾਂ ਦਾ ਨਾਮ ਕਿਸ ਤੋਂ ਲਈਏ, ਇਹ ਸਾਰੀ ਵਿਚਾਰ ਗੋਸ਼ਟ ਜਦੋਂ ਕਿਸੇ ਮਹਾਂਪੁਰਸ਼ ਨਾਲ ਕੀਤੀ ਜਾਂਦੀ ਹੈ, ਜਿਸ ਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੈ, ਤਾਂ ਉਸ ਜਗਿਆਸੂ ਰੂਹ ਨੂੰ ਲਾਭ ਹੁੰਦਾ ਹੈ। ਗੋਸ਼ਟ ਕੀਤਿਆਂ ਆਦਿ ਫੁਨ ਆਦ ਭਗਤਨ ਸੇਤੇ ਗੋਸ਼ਟੀ ਜੋ ਕੀਨੋ ਸੋ ਲਾਭ। ਜਿਨ੍ਹਾਂ ਨੇ ਇਸ ਤਰੀਕਿਆਂ ਦੇ ਨਾਲ ਭਗਤਾਂ ਨਾਲ ਗੋਸ਼ਟੀ ਕੀਤੀ, ਉਹਨਾਂ ਨੂੰ ਕਬੀਰ ਸਾਹਿਬ ਕਹਿੰਦੇ ਆ ਭਾਈ, ਜੋ ਕਰਦੇ ਆ ਉਹਨਾਂ ਨੂੰ ਲਾਭ ਹੁੰਦਾ ਹੈ ਪਰਮਾਤਮਾ ਦੇ ਮਾਰਗ 'ਤੇ ਚੱਲਣ ਦੇ ਵਿੱਚ। ਤੋ ਸਾਧ ਸੰਗਤ ਜੀ, ਅੱਜ ਕੱਲ੍ਹ ਅਮੂਮਨ ਦੇਖੀਦਾ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਜ਼ਮਾਨਾ ਹੋ ਗਿਆ ਹੈ ਔਨਲਾਈਨ, ਔਰ ਇਹ ਜਿਹੜਾ ਸੋਸ਼ਲ ਮੀਡੀਆ ਹੈ, ਇਸ ਦੇ ਉੱਤੇ ਇੱਕ ਗੱਲ 1 ਸਕਿੰਟ ਦੇ ਵਿੱਚ ਵੀ ਦੂਰ ਤੱਕ ਪਹੁੰਚ ਜਾਂਦੀ ਆ। ਔਰ ਅੱਜ ਕੱਲ੍ਹ ਦੇਖਿਆ ਜਾਂਦਾ ਬਹੁਤ ਲੋਕਾਂ ਨੇ ਆਪਣੇ ਸਤਸੰਗ ਗਰੁੱਪ ਬਣਾ ਰੱਖੇ ਹੈ, ਜੋ ਆਮ ਲੋਕਾਂ ਨੂੰ ਇਸ ਤੁਕ ਦਾ ਗਲਤ ਵਿਚਾਰ ਦੇ ਕੇ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦੇ ਆ। ਲੋਕਾਂ ਨੂੰ ਕਹਿੰਦੇ ਆ ਭਾਈ 5 ਮਿੰਟ ਨਾਮ ਸਿਮਰਨ ਕਰ ਲਓ, ਤੁਹਾਨੂੰ ਅਨਹਦ ਧੁਨ ਵੱਜਣ ਲੱਗ ਜਾਊਗੀ।
ਤੁਹਾਨੂੰ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਜਾਣਗੇ। ਸਾਧ ਸੰਗਤ ਜੀ, ਇਹ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਭੁਲੇਖਾ ਜਾਂ ਭਰਮ ਭਰਿਆ ਹੋਇਆ ਝੂਠ ਜਿਹਾ ਚਲਾਇਆ ਜਾ ਰਿਹਾ ਹੈ। ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਕਿ ਕੋਟਣ ਮੈਂ ਕੋਊ ਨਾਰਾਇਣ ਜੇ ਚੀਤ। ਕਰੋੜਾਂ ਦੇ ਵਿੱਚੋਂ ਕੋਈ ਬੰਦਾ ਹੈ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਆ ਕੇ ਵੱਸਦਾ ਹੈ, ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ, ਜਿਸ ਦੇ ਚਿੱਤ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ। ਪਰ ਇੱਥੇ ਤਾਂ ਇੱਕ ਵਿਚਾਰ ਦਿੱਤਾ ਜਾ ਰਿਹਾ ਹੈ ਔਰ ਬਹੁਤ ਲੋਕਾਂ ਦੇ ਮੈਂ ਪੜ੍ਹੇ ਹੈ ਜੀ, ਮੈਂ 15 ਦਿਨ ਹੋ ਗਏ ਜੀ, ਮੈਂ ਨਾਮ ਸਿਮਰਨ ਕਰਦਾ ਸੀ ਅੱਧਾ ਘੰਟਾ ਜੀ, ਮੈਨੂੰ ਕਾਰ 'ਚ ਬੈਠੇ ਨੂੰ ਪਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ, ਮੈਨੂੰ ਲੈਟਰੀਨ ਬੈਠੇ 'ਚ ਪਰਮਾਤਮਾ ਦੇ ਦਰਸ਼ਨ ਸ਼ੁਰੂ ਹੋ ਗਏ ਜੀ, ਜਦੋਂ ਮੈਂ ਉੱਠਦਾ ਹੈ ਜੀ, ਜਦੋਂ ਮੈਂ ਮੰਜੇ 'ਤੇ ਪੈਂਦਾ ਜੀ, ਉਦੋਂ ਮੈਨੂੰ ਪਰਮਾਤਮਾ ਦੇ ਦਰਸ਼ਨ ਸ਼ੁਰੂ ਹੋਏ। ਬੜੀ ਅਜੀਬ ਜੀ ਇੱਕ ਭੇਡ ਚਾਲ ਚਲਾ ਰੱਖੀ ਹੈ ਲੋਕਾਂ ਨੇ। ਭਾਈ ਇਸ ਤਰ੍ਹਾਂ ਨਹੀਂ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਕੋਈ ਸੰਤ ਮਹਾਂਪੁਰਸ਼, ਇਹ ਕਿਹਨਾਂ ਨੇ ਚਲਾ ਰੱਖੇ ਆ, ਜਿਹੜੇ ਆਪ ਹੀ ਹਾਲੇ ਪੂਰੇ ਨਹੀਂ ਆ, ਉਹਨਾਂ ਨੇ ਇੱਕ ਅਖੌਤੀ ਝੂਠ ਦਾ ਹੀ ਪਰਚਾਵਾ ਜਿਹੜਾ ਹੈ ਲੋਕਾਂ ਨੂੰ ਚਾਲੂ ਕਰਾ ਰੱਖਿਆ। ਲੋਕਾਂ ਨੂੰ ਆਪਣੇ ਮਗਰ ਲਾ ਰੱਖਿਆ ਬੁੱਧੂ ਬਣਾ ਕੇ, ਅਸੀਂ ਰੱਬ ਦਿਖਾ ਦਿਆਂਗੇ, ਅਸੀਂ ਰੱਬ ਦਿਖਾ ਦਿਆਂਗੇ। ਭਾਈ ਗੁਰੂ ਸਾਹਿਬ ਕਹਿੰਦੇ ਆ ਕਿ ਕੋਟਣ ਮੇ ਕੋਊ ਨਾਰਾਇਣ ਜੇ ਚੀਤ। ਕਰੋੜਾਂ ਦੇ ਵਿੱਚੋਂ ਕੋਈ ਬੰਦਾ ਹੈ, ਵਿਰਲਾ ਬੰਦਾ ਹੈ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਕਰਦੇ ਆ। ਜਾਂ ਅਸੀਂ ਇਹ ਕਹਿੰਦੇ ਹਾਂ ਕਿ ਅਗਰ ਮਹਾਂਪੁਰਸ਼ ਸੰਤਾਂ ਦੀ ਜੋ ਕਬੀਰ ਸਾਹਿਬ ਨੇ ਗੱਲ ਕਰੀ ਆ, ਉਸ ਨੂੰ ਅਸੀਂ ਪਲਟ ਕੇ ਅਸੀਂ ਕਹਿ ਦਿੰਦੇ ਹਾਂ, ਆਮ ਬੰਦੇ ਨੂੰ ਹਰੇਕ ਨੂੰ ਕਹਿ ਦਿੰਦੇ ਹਾਂ ਅਸੀਂ ਕਿ ਅਸੀਂ ਤੁਹਾਨੂੰ ਅਣਹਦ ਤੁਹਾਨੂੰ ਵਜਨੀ ਲਗਾ ਦਿਆਂਗੇ, ਤੁਹਾਨੂੰ ਅਸੀਂ ਪਰਮਾਤਮਾ ਦੇ ਦਰਸ਼ਨ ਕਰਨੇ ਸ਼ੁਰੂ ਕਰਾ ਦਿਆਂਗੇ। ਇਹ ਪਖੰਡ ਜਿਹੜਾ ਭਾਈ ਲੋਕਾਂ ਨੇ ਅੱਜ ਕੱਲ੍ਹ ਚਾਲੂ ਕਰ ਰੱਖਿਆ, ਇਹ ਪਖੰਡ ਹੀ ਹੈ, ਹੋਰ ਕੁਛ ਨਹੀਂ ਹੈ। ਇਸ ਤੋਂ ਸੱਚਾਈ ਅੱਗੇ ਹੋਰ ਕੋਈ ਸੱਚਾਈ ਨਹੀਂ ਹੈ ਕਿ ਕਿਸੇ ਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਬੀਰ ਸਾਹਿਬ ਦੇ ਸ਼ਬਦ ਦੁਆਰਾ। ਤਾਂ ਉਹਨਾਂ ਮਹਾਂਪੁਰਸ਼ਾਂ ਦੇ ਪਹੁੰਚੀਆਂ ਹੋਈਆਂ ਰੂਹਾਂ ਦੇ ਪਰਮਾਤਮਾ ਨਾਲ ਜੋ ਕੀਤੀਆਂ ਹੋਈਆਂ ਜੋ ਰੂਹਾਂ ਹੈ, ਪਰਮਾਤਮਾ ਨਾਲ ਜਿਨ੍ਹਾਂ ਨੇ ਪਰਮਪਿਤਾ ਪਰਮਾਤਮਾ ਨੂੰ ਆਪਣੇ ਵੱਸ ਵਿੱਚ ਕਰ ਰੱਖਿਆ, ਜਿਨ੍ਹਾਂ ਨਾਲ ਪਰਮਪਿਤਾ ਪਰਮਾਤਮਾ ਦਾ ਜੋੜ ਹੈ, ਉਹਨਾਂ ਰੂਹਾਂ ਦੀ ਜੇ ਅਸੀਂ ਸੰਗਤ ਦੇ ਵਿੱਚ ਬੈਠ ਕੇ 6 ਮਿੰਟ ਵੀ ਉਹਨਾਂ ਨਾਲ ਗੋਸ਼ਟ ਕਰਦੇ ਹਾਂ, ਵਿਚਾਰ ਵਟਾਂਦਰਾ ਕਰਦੇ ਹਾਂ, ਕਿਵੇਂ ਪਰਮਾਤਮਾ ਮਿਲੇਗਾ, ਕਿਵੇਂ ਸਾਨੂੰ ਦਰਸ਼ਦਾਰੇ ਹੋਣਗੇ, ਅਸੀਂ ਕੀ ਕਰੀਏ, ਅਸੀਂ ਕੀ ਕਰਮ ਕਰੀਏ, ਸਾਡਾ ਜੀਵਨ ਕੈਸਾ ਹੋਣਾ ਚਾਹੀਦਾ, ਸਾਡਾ ਆਚਰਨ ਕੈਸਾ ਹੋਣਾ ਚਾਹੀਦਾ। ਜਦੋਂ ਸਾਡੇ ਜੀਵਨ ਦੇ ਵਿੱਚ ਇਹ ਪਲਟਾ ਆਏਗਾ, ਉਦੋਂ ਹੀ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਸਕਦੇ ਆ ਜਾਂ ਅਣਹਦ ਤੁਹਾਨੂੰ ਵੱਜਣ ਲੱਗ ਸਕਦੀ। ਪਰ ਇੱਥੇ ਤਾਂ ਔਗਣਾਂ ਦੇ ਭਰੇ ਹੋਏ ਬੰਦੇ ਕੱਲ੍ਹ ਪਾਪ ਕਰਮ ਕਰਦੇ ਸੀ, ਉਹ 15 ਦਿਨਾਂ ਬਾਅਦ ਮਤਲਬ ਕਹਿਣ ਲੱਗੇ ਸਾਡੇ ਧੁਨ ਵੱਜਣੀ ਸ਼ੁਰੂ ਹੋ ਗਈ ਹੈ, ਸਾਡੇ ਮਹੀਨੇ ਬਾਅਦ ਕਹਿਣ ਲੱਗੇ ਸਾਨੂੰ ਪਰਮਾਤਮਾ ਦਰਸ਼ਨ ਦਿਖਾਉਣੇ ਸ਼ੁਰੂ ਹੋ ਗਏ। ਭਾਈ ਇਹ ਸਭ ਪਖੰਡ ਹੈ, ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ। ਕੋਈ ਕਿਸੇ ਦੇ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਨਹੀਂ ਹੁੰਦੇ, ਕੋਈ ਜੋਤ ਸਰੂਪ ਦੇ ਦਰਸ਼ਦਾਰੇ ਨਹੀਂ ਹੁੰਦੇ। ਹਾਂ, ਜ਼ਰੂਰ ਇਹ ਗੱਲ ਕਹਿੰਦੇ ਆ ਕਿ ਅਸੀਂ ਪਰਮਾਤਮਾ ਜੋਤ ਸਰੂਪ ਹੈ, ਜੋਤ ਸਰੂਪ ਦੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਦਰਸ਼ਦਾਰੇ ਜ਼ਰੂਰ ਹੁੰਦੇ ਆ ਪਰਮਪਿਤਾ ਪਰਮਾਤਮਾ ਦੇ, ਔਰ ਸਾਖਸ਼ਾਤ ਦਰਸ਼ਨਦਾਰੇ ਹੁੰਦੇ ਆ ਜਿਨ੍ਹਾਂ ਨੂੰ ਪਰਮਪਿਤਾ ਪਰਮਾਤਮਾ ਦੇ ਰਸਤੇ ਦੇ ਉੱਤੇ ਚੱਲਣ ਦਾ ਵੱਲ ਆ ਗਿਆ, ਜਿਨ੍ਹਾਂ ਨੂੰ ਪਰਮਾਤਮਾ ਦੀ ਆਗਿਆ ਮੰਨਣ ਦਾ ਵੱਲ ਆ ਗਿਆ, ਜਿਨ੍ਹਾਂ ਨੂੰ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੈਠਣ ਦਾ ਵੱਲ ਆ ਗਿਆ, ਜਿਹਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਣ ਦਾ ਵੱਲ ਆ ਗਿਆ, ਜਿਹਨੂੰ ਆਪਣਾ ਆਚਰਨ ਸੁੱਧ ਕਰਨ ਦਾ ਮਾਣ ਪ੍ਰਾਪਤ ਹੋ ਗਿਆ ਹੈ, ਜਿਹਨੂੰ ਆਪਣਾ ਆਚਰਨ ਅਸ਼ੁੱਧ ਸੀ ਜਿਹੜਾ ਉਸ ਨੂੰ ਸ਼ੁੱਧ ਕਰਨ ਦਾ ਮਾਣ ਪ੍ਰਾਪਤ ਹੋ ਗਿਆ। ਉਸ ਨੇ ਉਹ ਆਪਣਾ ਆਚਰਨ ਸ਼ੁੱਧ ਕਰ ਲਿਆ, ਆਪਣਾ ਆਪ ਗਵਾ ਕੇ, ਆਪਣੇ ਜੀਵਨ ਨੂੰ ਗਵਾ ਕੇ ਆਪਣੇ ਆਪ ਨੂੰ ਪਰਮਪਿਤਾ ਪਰਮਾਤਮਾ ਨੂੰ ਸਮਰਪਿਤ ਕਰ ਦਿੱਤਾ। ਔਰ ਪਰਮਾਤਮਾ ਦਾ ਫਿਰ ਗੁਰੂ ਕੋਲੋਂ, ਪੰਜ ਪਿਆਰਿਆਂ ਕੋਲੋਂ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਜੋ ਨਾਮ ਸਿਮਰਨ ਕਰਦਾ ਨਾ, ਉਸ ਨਾਮ ਸਿਮਰਨ ਦੇ ਸਦਕਾ ਜ਼ਰੂਰ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਬੈਠ ਕੇ ਕਿਸੇ ਨੂੰ 6 ਮਿੰਟ ਦੇ ਵਿੱਚ ਵੀ ਦਰਸ਼ਦਾਰੇ ਹੋ ਸਕਦੇ ਆ। ਕਬੀਰ ਸਾਹਿਬ ਦਾ ਇਹ ਸਲੋਕ ਗਲਤ ਨਹੀਂ ਹੈ, ਪਰ ਉਹਦੇ ਕਰਨ ਵਾਲੇ, ਉਹਦੇ ਕਰਤਾ ਜਿਹੜੇ, ਉਹਦੇ ਕਰਿੰਦੇ ਜਿਹੜੇ ਹੈ, ਉਹ ਪ੍ਰਗਟ ਕਰਨ ਵਾਲੇ ਜਿਹੜੇ ਹੈ, ਉਹ ਰੂਹਾਂ ਜਿਹੜੀਆਂ ਉਹ ਉਸ ਤੱਕੜੀ ਦੇ ਉੱਤੇ, ਤੋਲ ਦੇ ਉੱਤੇ ਪੂਰੀਆਂ ਨਹੀਂ ਉਤਰਦੀਆਂ। ਉਹ ਅਵਗੁਣੀਆਂ ਰੂਹਾਂ ਹੀ 15 ਦਿਨਾਂ ਬਾਅਦ, ਮਹੀਨੇ ਬਾਅਦ, 2 ਮਹੀਨਿਆਂ ਬਾਅਦ, 3 ਮਹੀਨਿਆਂ ਬਾਅਦ ਕਹਿਣ ਲੱਗ ਜਾਂਦੇ ਸਾਨੂੰ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੁੰਦੇ ਆ। ਠੀਕ ਹੈ, ਅਸੀਂ ਕਹਿੰਦੇ ਹਾਂ ਕਿ ਪਰਮਪਿਤਾ ਪਰਮਾਤਮਾ ਅਵਗੁਣਿਆਂ ਨੂੰ ਵੀ ਬਖਸ਼ ਦਿੰਦਾ ਹੈ, ਪਰ ਔਗਣ ਤਾਂ ਜ਼ਰੂਰ ਸਾਡੇ ਅੰਤਰ ਹਿਰਦੇ 'ਚੋਂ ਖਤਮ ਹੋਣਗੇ, ਤਾਂ ਹੀ ਪਰਮਪਿਤਾ ਪਰਮਾਤਮਾ ਵਸੇਗਾ।
ਤਾਂ ਹੀ ਪਰਮਪਿਤਾ ਪਰਮਾਤਮਾ ਸਾਨੂੰ ਬਖਸ਼ੇਗਾ, ਨਾਮ ਬਖਸ਼ੇਗਾ, ਨਾਮ ਬਖਸ਼ ਕੇ ਅਣਹੱਦ ਧੁਨ ਬਖਸ਼ੇਗਾ, ਫਿਰ ਆਪਣੇ ਦਰਸਦਾਰੇ ਬਖਸ਼ੇਗਾ। ਜਿੰਨਾ ਚਿਰ ਸਾਡੇ ਅੰਦਰ ਤਾਂ ਪਾਪਾਂ ਦੀ ਮੈਲ ਭਰੀ ਹੋਈ ਹੈ ਔਰ ਅਸੀਂ ਕਹਿੰਦੇ ਹਾਂ ਸਾਨੂੰ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਹੋ ਜਾਣ, ਸਾਡੇ ਅਣਹੱਦ ਧੁਨ ਬਚਣੀ ਸ਼ੁਰੂ ਹੋ ਜਾਵੇ, ਇਹ ਕਦੇ ਨਹੀਂ ਹੁੰਦਾ ਭਾਈ। ਇਹ ਇੱਕ ਝੂਠ ਬਣ ਰਿਹਾ ਹੈ ਔਰ ਝੂਠ ਦਾ ਇੱਕ ਭਰਮ ਦਾ ਇੱਕ ਪ੍ਰਗਟਾਵਾ ਕਰਕੇ ਲੋਕ ਜਿਹੜੇ ਹੈ ਲੋਕਾਂ ਨੂੰ ਬੁੱਧੂ ਬਣਾ ਕੇ ਭੇਡਾਂ ਵਾਂਗੂ ਮਗਰ ਲਾ ਕੇ ਆਪਣੇ ਉਹਨਾਂ ਦੇ ਮੱਥੇ ਟਿਕਾ ਕੇ ਉਹਨਾਂ ਦੀ ਸੇਵਾ ਖਾ ਰਹੇ ਆ, ਉਹਨਾਂ ਦੇ ਪੈਸੇ ਖਾ ਰਹੇ ਆ, ਉਹ ਉਹਨਾਂ ਦੇ ਜੈਕਾਰੇ ਵੀ ਕਰਦੇ ਆ, ਉਹਨਾਂ ਨੂੰ ਮੱਥੇ ਵੀ ਟੇਕਦੇ ਆ, ਨਮਸਕਾਰਾਂ ਵੀ ਕਰਦੇ ਆ, ਪਰ ਹੁੰਦਾ ਉਹਨਾਂ ਕੋਲੇ ਵੀ ਕੁਛ ਨਹੀਂ ਹੈ। ਉਹ ਆਪ ਵੀ ਜਿਹੋ ਜਿਹੇ ਆਪ ਹੁੰਦੇ ਆ ਪਖੰਡੀ, ਉਹੋ ਜਿਹੇ ਉਹਨਾਂ ਦੇ ਸਾਧ ਚੇਲੇ, ਉਹਨਾਂ ਦੇ ਸੇਵਾਦਾਰ, ਉਹੋ ਜਿਹੇ ਉਹਨਾਂ ਦੇ ਸੁਣਨ ਵਾਲੇ ਮੰਨਣ ਵਾਲੇ ਜਿਹੜੇ ਹੈ ਉਹੋ ਜਿਹੇ ਪਖੰਡੀ ਹੋ ਜਾਂਦੇ ਆ। ਪਰਮਾਤਮਾ ਭਾਈ ਐਡਾ ਸੌਖਾ ਵੀ ਨਹੀਂ ਹੈ ਅਤੇ ਐਡਾ ਔਖਾ ਵੀ ਨਹੀਂ ਹੈ। ਸੌਖਾ ਹੈ ਪਹੁੰਚੀ ਹੋਈ ਰੂਹ ਦੇ ਕੋਲ ਜੇ ਅਸੀਂ ਸੰਗਤ ਕਰਦੇ ਹਾਂ, ਅਤੇ ਗੁਰੂ ਸਾਹਿਬ ਕਹਿੰਦੇ ਆ ਕਿ ਸੰਗਤ ਦਾ ਫਲ ਮਿਲਦਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜੇ ਅਸੀਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹਾਂ ਨਾ, ਫਿਰ ਤਾਂ ਸਾਨੂੰ ਫਲ ਮਿਲਦਾ ਪਰਮਪਿਤਾ ਪਰਮਾਤਮਾ ਦੇ ਦਰਸ਼ਾਰਿਆਂ ਦਾ। ਸੰਗਤ ਦਾ ਜੈਸੀ ਅਸੀਂ ਸੰਗਤ ਕਰਦੇ ਹਾਂ ਵੈਸੀ ਰੰਗਤ ਸਾਨੂੰ ਵੀ ਹੋ ਜਾਂਦੀ ਹੈ। ਜੇ ਪਰਮਪਿਤਾ ਪਰਮਾਤਮਾ ਦੀਆਂ ਰੰਗੀਆਂ ਰੂਹਾਂ ਦੇ ਅਸੀਂ ਦਰਸ਼ਨ ਕਰਦੇ ਹਾਂ ਤਾਂ ਸਾਡੀ ਵੀ ਰੂਹ ਜਿਹੜੀ ਹੈ ਪਰਮਪਿਤਾ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੀ ਜਾਂਦੀ ਹੈ। ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਸਕਦੇ ਆ। ਪਰ ਜੇ ਅਸੀਂ ਪਖੰਡੀਆਂ ਦੇ ਮਗਰ ਲੱਗ ਕੇ ਅਤੇ ਅਸੀਂ ਝੂਠਾ ਹੀ ਨਾਮ ਸਿਮਰਨ ਕਰੀ ਜਾਂਦੇ ਹਾਂ, ਅਸੀਂ ਝੂਠ ਹੀ ਪ੍ਰਗਟ ਕਰੀ ਬੈਠੇ ਹਾਂ, ਸਾਨੂੰ ਇੱਕ ਭੁਲੇਖਾ ਪਿਆ ਹੋਇਆ ਕਿ ਸਾਡੇ ਅਣਹੱਦ ਧੁਨ ਵੱਜਣ ਲੱਗ ਗਈ ਹੈ, ਸਾਨੂੰ ਪਰਮਪਿਤਾ ਪਰਮਾਤਮਾ ਦੇ ਕੋਈ ਕਹਿੰਦਾ ਸਾਨੂੰ ਜੀ ਅੰਦਰ ਅੱਖਾਂ ਮੀਚਿਆਂ ਤੋਂ ਦਿਸਦਾ, ਕੋਈ ਕਹਿੰਦਾ ਕਿਵੇਂ ਹੈ, ਕੋਈ ਕਹਿੰਦਾ ਕਿਵੇਂ ਹੈ ਜੀ, ਕੋਈ ਕਹਿੰਦਾ ਕਿਸ ਤਰ੍ਹਾਂ ਨਾਲ। ਆਪੋ ਆਪਣੇ ਤਰੀਕੇ ਲੋਕਾਂ ਨੇ ਵਰਤ ਰੱਖੇ ਔਰ ਆਪਣੇ ਆਪਣੇ ਤਰੀਕਿਆਂ ਨਾਲ ਕਹਿ ਰਿਹਾ ਸਾਨੂੰ ਇਸ ਤਰ੍ਹਾਂ ਪਰਮਪਿਤਾ ਪਰਮਾਤਮਾ ਪ੍ਰਗਟ ਹੁੰਦਾ। ਪਰ ਸਾਕਸ਼ਾਤ ਪਰਮਪਿਤਾ ਪਰਮਾਤਮਾ ਉਸ ਰੂਹ ਨੂੰ ਹੀ ਦਰਸ਼ਨ ਦਿੰਦਾ ਹੈ ਜੋ ਆਪਣੇ ਆਪ ਦੇ ਵਿੱਚ ਆਚਰਨ ਦੇ ਵਿੱਚ ਮਨ ਨੂੰ ਨਿਰਮਲ ਕਰ ਲੈਂਦੀ ਹੈ। ਉਦੋਂ ਹੀ ਪਰਮਪਿਤਾ ਪਰਮਾਤਮਾ ਉਸ ਨੂੰ ਦਰਸਦਾਰੇ ਦਿੰਦਾ ਹੈ। ਸਾਧ ਸੰਗਤ ਜੀ, ਤੋ ਇਸ ਤਰ੍ਹਾਂ ਨਾਲ ਕੁਛ ਜਿਹੜੇ ਇਹ ਭਰਮ ਦੇ ਵਿੱਚ ਫਸੇ ਹੋਏ ਲੋਕ ਹੈ ਉਹਨਾਂ ਨੂੰ ਸਮਝਾਉਣ ਵਾਸਤੇ, ਉਹਨਾਂ ਨੂੰ ਇਸ ਭਰਮ 'ਚੋਂ ਕੱਢਣ ਵਾਸਤੇ ਦਾਸ ਨੇ ਇਹ ਵਿਚਾਰ ਦਿੱਤਾ ਹੈ ਕਿ ਭਾਈ ਪਰਮਪਿਤਾ ਪਰਮਾਤਮਾ ਬਹੁਤ ਜਲਦੀ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਜੇ ਜਲਦੀ ਪ੍ਰਾਪਤ ਹੁੰਦਾ ਵੀ ਹੈ ਤਾਂ ਸਿਰਫ ਕਬੀਰ ਸਾਹਿਬ ਦਾ ਦੋਹਾ ਜਿਸ ਦੀ ਸਹੀ ਵਿਆਖਿਆ ਕੀਤੀ ਜਾਵੇ ਅਤੇ ਉਸ ਰਸਤੇ 'ਤੇ ਚੱਲ ਕੇ ਜੇ ਅਸੀਂ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰੀਏ, ਸੰਤਾਂ ਦੀ ਸੰਗਤ ਦੇ ਵਿੱਚ ਰਹੀਏ, ਉਹਨਾਂ ਦੇ ਨਾਲ ਗੋਸ਼ਟ ਕਰੀਏ, ਉਹਨਾਂ ਦੇ ਨਾਲ ਵਿਚਾਰ ਵਟਾਂਦਰੇ ਕਰੀਏ ਤਾਂ ਹੀ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਭਾਈ। ਤੋ ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਭਾਈ ਪਰਮਪਿਤਾ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਵੀ ਹੋ ਸਕਦੇ ਆ। ਦਾਸ ਦਾ ਮਿਸ਼ਨ ਹੈ ਵਾਹਿਗੁਰੂ ਜੋਤ ਪ੍ਰਤੱਖ ਦਰਸ਼ਨ ਸੇਵਾ ਸਿਮਰਨ। ਵਾਹਿਗੁਰੂ ਜੋਤ ਪਰਮਾਤਮਾ, ਵਾਹਿਗੁਰੂ ਜਿਹੜਾ ਹੈ ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਉਹ ਜੋਤ ਸਰੂਪ ਹੈ। ਉਸ ਦੇ ਸਾਕਸ਼ਾਤ ਦਰਸ਼ਨ ਵੀ ਹੋ ਸਕਦੇ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਦੁਆਰਾ ਸੇਵਾ ਸਿਮਰਨ ਅਸੀਂ ਕਿਸ ਤਰ੍ਹਾਂ ਦਾ ਕਰੀਏ ਕਿ ਸਾਨੂੰ ਉਹ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਹੋ ਜਾਣ। ਇਸ ਰਸਤੇ ਦੇ ਵਿੱਚ ਦਾਸ ਇਸ ਮਿਸ਼ਨ ਨੂੰ ਲੈ ਕੇ ਸੰਗਤਾਂ ਨੂੰ ਆਗਾਹ ਕਰਦਾ ਹੈ, ਸੰਗਤਾਂ ਨੂੰ ਸਮਝਾਉਂਦਾ ਹੈ ਕਿ ਭਾਈ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਕਿਸ ਤਰ੍ਹਾਂ ਦੀ ਸੇਵਾ ਕਰੀਏ, ਕਿਸ ਤਰ੍ਹਾਂ ਦਾ ਸਿਮਰਨ ਕਰੀਏ, ਕਿਸ ਤਰ੍ਹਾਂ ਦਾ ਅਸੀਂ ਨਾਮ ਕਿਵੇਂ ਸਿਮਰਨ ਕਰੀਏ ਅਤੇ ਫਿਰ ਮਤਲਬ ਸਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਕਈ ਬੰਦਿਆਂ ਨੇ ਤਾਂ ਹਾਲੇ ਅੰਮ੍ਰਿਤ ਛਕਿਆ ਨਹੀਂ ਹੁੰਦਾ ਅਤੇ ਪਹਿਲਾਂ ਹੀ ਕਹਿਣਾ ਸ਼ੁਰੂ ਕਰਦੇ ਜੀ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਜੀ, ਅਸੀਂ ਮਰਜ਼ੀ ਦਾ ਵਾਹਿਗੁਰੂ ਜਪਿਆ ਹੋਇਆ ਜਿਹੜਾ ਨਾ ਕੋਈ ਫਲ ਨਹੀਂ ਦਿੰਦਾ। ਇਸ ਤਰ੍ਹਾਂ ਨਾਲ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਿੰਨਾ ਚਿਰ ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਗੁਰੂ ਤੋਂ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਉਹ ਨਾਮ ਸਿਮਰਨ ਜੋ ਪੰਜ ਪਿਆਰੇ ਸਾਨੂੰ ਦਿੰਦੇ ਆ ਉਸ ਦਾ ਸਿਮਰਨ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੁੰਦੀ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੋਤ ਚੈਨਲ ਨੂੰ ਸਬਸਕ੍ਰਾਈਬ ਕਰੋ, ਸੈਂਡ ਕਰੋ, ਲਾਈਕ ਕਰੋ।